ਸਾਰੇ ਜੱਗ ਵਿੱਚ ਵਸਣ ਵਾਲੇ ਪੰਜਾਬੀ ਪਿਆਰਿਆਂ ਦੀ ਸੇਵਾ ਵਿੱਚ ਤੁਹਾਡਾ ਸੱਜਣ, ਤੁਹਾਡਾ ਬੇਲੀ, ਤੁਹਾਡਾ ਮਿੱਤਰ, ਤੁਹਾਡਾ ਵੀਰ, ਤੁਹਾਡਾ ਭਰਾ ਤੇ ਮਾਂ ਬੋਲੀ ਦਾ ਨਿੱਕਾ ਜਿਹਾ ਸੇਵਕ ਡਾਕਟਰ ਐਮ.ਐਚ. ਬਾਬਰ ਹਾਜ਼ਰ ਹੈ ਜਨਾਬ ਇਲਿਆਸ ਘੁੰਮਣ ਹੋਰਾਂ ਦੀ ਕਿਤਾਬ ਵੰਡ ਦੀ 80ਵੀਂ ਕਿਸ਼ਤ ਦੇ ਨਾਲ। ਤੇ ਅੱਜ ਇਹਦੇ 'ਚ ਸ਼ਾਮਲ ਹੈ ਜਨਾਬ ਕਹਾਣੀ ਨੰਬਰ 50 ਦਾ ਦੂਜਾ ਹਿੱਸਾ। ਕਹਾਣੀ ਹੈ ਲੋਕਾਂ ਨੂੰ ਦੁੱਖ ਤੇ ਇਹਦੇ ਲਿਖਿਆਰ ਨੇ ਬੇਨਾਮ ਖਾਨਪੁਰੀ। ਆਓ ਫਿਰ ਕਹਾਣੀ ਦਾ ਦੂਜਾ ਹਿੱਸਾ ਸ਼ੁਰੂ ਕਰਨੇ ਆ। ਇਹ ਗੱਲ ਕੀਤੀ ਸੀ ਤੇ ਖਾਂ ਹੋਰੀ ਜ਼ਰਾ ਘਬਰਾ ਗਏ ਤੇ ਬੋਲੇ, ਚੌਧਰੀ ਜੀ ਕੀ ਗੱਲ ਦੱਸੋ ਤੇ ਸਹੀ, ਖਬਰੇ ਅਸਾਂ ਦੇ ਵਾਸਤਾ ਹੋਇਆ ਤੇ ਅਸੀਂ ਘੱਟ ਹੀ ਦਿਆਂਗੇ। ਚੌਧਰੀ ਜ਼ਰਾ ਗਮਨਾਕ ਹੋ ਕੇ ਬੋਲਿਆ, ਹਾਂ ਖਾਂ ਜੀ, ਇੱਕ ਆਦਮੀ ਦੇ ਦੁੱਖ ਕੱਟੇ ਤੇ ਬਹੁਤੇ ਦੁੱਖ ਵਧਾਉਣ ਵਾਲੇ ਹੋਣ ਤੇ ਇੱਕ ਦੇ ਕੱਟਿਆਂ ਹੋਇਆਂ ਦੁੱਖ ਨਹੀਂ ਕੱਟਦੇ। ਅਸਾਂ ਦੇ ਨਾਲ ਤੇ 5-6 ਸਾਲਾਂ ਤੋਂ ਹੀ ਦੁਨੀਆ ਸਾਰੀ ਖਾਰ ਖਾਂਦੀ ਪਈ ਏ। ਇਹ ਜਿਉਂਦੇ ਕਿਉਂ ਫਿਰਦੇ ਹੋ? ਤੇ ਇਹਨਾਂ 5-6 ਸਾਲਾਂ ਤੋਂ ਹੀ ਅਸਾਂ ਦੇ ਨਾਲ ਧੋਖੇਬਾਜ਼ੀਆਂ ਹੁੰਦੀਆਂ ਪਈਆਂ ਨੇ। ਸਭ ਤੋਂ ਵੱਡਾ ਧੋਖਾ ਤੇ ਅਸਾਂ ਨਾਲ ਇਹ ਹੋਇਆ ਹੈ ਭਈ ਜਨਾਬ ਸਾਹਿਬ ਸਨ, ਇਹਨਾਂ ਦੇ ਨਾਲ ਅਸਾਂ ਨੂੰ ਇਤਬਾਰ ਸੀ ਭਈ ਅਸਾਂ ਦਾ ਕੁਝ ਨਾ ਕੁਝ ਜ਼ਰੂਰ ਬਣ ਜਾਏਗਾ, ਕਿਉਂ ਜੇ ਉਹ ਬਗੈਰ ਕਿਸੇ ਲਾਲਚ ਤੋਂ ਸਾਰੀ ਕੌਮ ਦੇ ਦੁੱਖ ਦਰਦ ਦੂਰ ਕਰਨ ਵਾਸਤੇ ਤਿਆਰ ਹੋ ਗਏ ਸਨ। ਤੇ ਇਹਨਾਂ ਉਮੀਦਾਂ ਦੇ ਸਹਾਰੇ ਉੱਤੇ ਅਸੀਂ ਜੀਂਦੇ ਰਹੇ ਤੇ ਸਬਰ ਸ਼ੁਕਰ ਕਰਕੇ ਸਾਰੇ ਮੋਇਆਂ ਹੋਇਆਂ ਦੇ ਦੁੱਖ ਆਪ ਦੇ ਦਿਲ ਵਿੱਚ ਲੈ ਕੇ ਫਿਰਦੇ ਰਹੇ। ਪਰ ਅਸਾਂ ਦੀ ਕਿਸਮਤ ਹੀ ਕੁਝ ਖੋਟੀ ਹੋਈ ਸੀ। ਜਨਾਬ ਹੋਰੀ ਅਸਾਂ ਦੀ ਕਸ਼ਤੀ ਨੂੰ ਬੇਆਸਰਾ ਛੱਡ ਕੇ ਤੇ ਚਲੇ ਗਏ। ਅਸਾਂ ਨੇ ਇਹ ਗੱਲ ਸੁਣੀ ਹੋਈ ਹੈ ਭਈ ਜਾਣ ਲੱਗੇ ਜੇਬ ਦੇ ਵਿੱਚ ਹੱਥ ਮਾਰ ਕੇ ਤੇ ਬਾਹਰ ਕੱਢ ਕੇ ਆਖਣ ਲੱਗੇ ਕਿ ਅਸਾਂ ਨੂੰ ਬੜਾ ਅਫਸੋਸ ਹੈ ਕਿ ਅਸਾਂ ਦੀ ਜੇਬ ਵਿੱਚ ਇਹ ਚੰਦ ਖੋਟੇ ਸਿੱਕੇ ਨੇ। ਜੇ ਇਹ ਸਿੱਕੇ ਖਰੇ ਹੁੰਦੇ ਤੇ ਅਸੀਂ ਜ਼ਰੂਰ ਆਪਦੀ ਕੌਮ ਨੂੰ ਇਹਨਾਂ ਦੀਆਂ ਕੁਰਬਾਨੀਆਂ ਦੀ ਕੀਮਤ ਦੇ ਕੇ ਜਾਂਦੇ। ਪਰ ਹੁਣ ਅਸਾਂ ਨੂੰ ਮੋਹਲਤ ਨਹੀਂ ਮਿਲ ਸਕਦੀ। ਅੱਛਾ ਮੇਰੀ ਕੌਮ ਦਾ ਰੱਬ ਰਾਖਾ। ਬਸ ਖਾਂ ਜੀ, ਜਿਸ ਵੇਲੇ ਜਨਾਬ ਸਾਹਿਬ ਅਸਾਂ ਕੋਲੋਂ ਮੂੰਹ ਛੁਪਾ ਗਿਆ ਤੇ ਅਸਾਂ ਗਰੀਬਾਂ ਦੀਆਂ ਅੱਖਾਂ ਅੱਗੇ ਹਨੇਰਾ ਹੀ ਹਨੇਰਾ ਆ ਗਿਆ ਤੇ ਅਸਾਂ ਨੇ ਆਪਣੀਆਂ ਮੁੱਠੀਆਂ ਬੰਦ ਕਰ ਲਈਆਂ। ਇਹ ਖਾਂ ਜੀ ਅਸਾਂ ਮਹਾਜਨਾਂ ਦੇ ਨਾਲ ਸਭ ਤੋਂ ਵੱਡਾ ਧੋਖਾ ਤੇ ਜ਼ੁਲਮ ਹੋਇਆ ਸੀ। ਉਸ ਤੋਂ ਪਿੱਛੇ ਫਿਰ ਕੌਮ ਦੀ ਰੇਹੜੀ ਲਿਆਕਤ ਖਾਂ ਹੋਰਾਂ ਨੇ ਖਿੱਚੀ। ਕੌਮ ਕੁਝ ਹੌਸਲਿਆਂ ਵਿੱਚ ਤੇ ਆ ਗਈ, ਪਰ ਉਹ ਗੱਲਾਂ ਕਿੱਥੋਂ ਜਿਹੜੀਆਂ ਜਨਾਬ ਸਾਹਿਬ ਹੋਰਾਂ ਦੇ ਨਾਲ ਸਨ। ਪਰ ਫਿਰ ਵੀ ਕੁਝ ਨਾ ਕੁਝ ਤੇ ਹੈ ਹੀ ਸੀ। ਪਰ ਜਿਸ ਵੇਲੇ ਲਿਆਕਤ ਹੋਰਾਂ ਵੀ ਅਸਾਂ ਤੋਂ ਮੂੰਹ ਮੋੜ ਲਿਆ ਤੇ ਘਬਰਾ ਕੇ ਚਲੇ ਗਏ। ਚਲੇ ਵੀ ਕਿਸ ਤਰ੍ਹਾਂ ਗਏ? ਕੌਮ ਦੀ ਖਿਦਮਤ ਦੇ 3 ਦਾਗ ਆਪਦੇ ਸੀਨੇ ਉੱਤੇ ਲੈ ਗਏ। ਫਿਰ ਕੀ ਸੀ ਖਾਂ ਜੀ, ਅੱਗੇ ਤੇ ਕੁਝ ਨਹੀਂ ਨਜ਼ਰ ਆਉਂਦਾ ਸੀ। ਫਿਰ ਤੇ ਕੁਝ ਵੀ ਅਸਾਂ ਨੂੰ ਪਾਕਿਸਤਾਨ ਵਿੱਚ ਨਜ਼ਰ ਨਾ ਆਇਆ। 4 ਚੁਫੇਰੇ ਨਜ਼ਰ ਦੌੜਾਈ ਪਰ ਕੋਈ ਏਡਾ ਵੱਡਾ ਨਜ਼ਰ ਨਾ ਆਇਆ। ਉਹਨਾਂ ਕੌਮ ਪਿੱਛੇ ਤਰੱਕੀ ਦੀ ਚਾਲ ਕੁਝ ਮੱਧਮ ਹੋ ਗਈ ਤੇ ਉਹ ਤਾਕਤ ਨਾਲ ਨਾਲ ਖ਼ਤਮ ਹੁੰਦੀ ਗਈ। ਜਿਹੜੀ ਪਾਕਿਸਤਾਨ ਦੀ ਸ਼ਮ੍ਹਾਂ ਨੂੰ ਜਲਾਉਂਦੀ ਸੀ, ਅਸਾਂ ਦੀਆਂ ਰੋਟੀਆਂ ਉੱਤੇ ਬਾਂਦਰ ਬਾ ਦਿੱਤੇ, ਜਿਹੜੇ ਅਸਾਂ ਦੀਆਂ ਰੋਟੀਆਂ ਨੂੰ ਤਰਾਜ਼ੂ ਵਿੱਚ ਪਾ ਕੇ ਵੰਡਦੇ ਸਨ। ਜਿਹੜਾ ਪਲੜਾ ਭਾਰੀ ਹੁੰਦਾ ਉਦੋਂ ਕੁਝ ਕੱਢ ਕੇ ਫੇਰ ਲਿਆ, ਬਸ ਪੂਰਾ ਹੋਣ ਤੋਂ ਪਹਿਲਾਂ ਹੀ ਸਾਡੀਆਂ ਰੋਟੀਆਂ ਮੁੱਕ ਜਾਵਣਗੀਆਂ। ਖਾਂ ਸਾਹਿਬ ਜ਼ਰਾ ਫਿਕਰਮੰਦ ਹੋ ਕੇ ਬੋਲੇ, ਇਹ ਚੌਧਰੀ ਜੀ ਤੁਸਾਂ ਨੇ ਕੀ ਗੱਲ ਕੀਤੀ ਜੀ? ਚੌਧਰੀ ਸਾਹਿਬ ਜ਼ਰਾ ਦੁੱਖ ਦਾ ਹਾਸਾ ਹੱਸ ਕੇ ਤੇ ਆਪਦੀ ਕਮਜ਼ੋਰੀ ਉੱਤੇ ਪਰਦਾ ਪਾਉਂਦੇ ਹੋਏ ਬੋਲੇ, ਖਾਂ ਜੀ ਇਹ ਗੱਲ ਠੀਕ ਨਹੀਂ, ਪਰ ਜਿਸ ਤਨ ਲਾਗੇ ਉਹ ਹੀ ਜਾਣੇ। ਖਾਂ ਸਾਹਿਬ ਜ਼ਰਾ ਸ਼ਰਮਿੰਦਾ ਹੋ ਕੇ ਬੋਲੇ, ਫਿਰ ਵੀ ਚੌਧਰੀ ਸਾਹਿਬ ਕੁਝ ਗੱਲ ਤੇ ਹੈ ਹੀ। ਚੌਧਰੀ ਸਾਹਿਬ ਜ਼ਰਾ ਹੱਸ ਕੇ ਬੋਲੇ, ਪਰ ਉਸ ਹਾਸੇ ਦੇ ਵਿੱਚ ਹਜ਼ਾਰਾਂ ਗਮ ਤੇ ਪਰੇਸ਼ਾਨੀਆਂ ਰਕਸ ਕਰਦੀਆਂ ਹੋਈਆਂ ਵਿਖਾਈ ਦਿੰਦੀਆਂ ਹੋਈਆਂ ਸਨ। ਤੁਸਾਂ ਖਾਂ ਜੀ ਇਹ ਪੁੱਛਿਆ ਸੀ ਜ਼ੁਬੈਰ ਕਿੱਧਰ ਗਏ ਹੋਏ ਨੇ? ਜ਼ੁਬੈਰ ਸਾਹਿਬ ਕਿੱਧਰ ਗਏ ਹੋਏ? ਮੈਂ ਤੁਸਾਂ ਨੂੰ ਦੱਸ ਲਵਾਂ ਕਿ ਪਹਿਲੇ ਤੇ ਅਸਾਂ ਨੂੰ ਸਿੱਖਾਂ ਨੇ ਅਸਾਂ ਦੇ ਘਰਾਂ ਵਿੱਚੋਂ ਕੱਢਿਆ ਤੇ ਸਾਨੂੰ ਉਮੀਦ ਸੀ ਕਿ ਜੇਕਰ ਜਨਾਬ ਸਾਹਿਬ ਜੀਂਦੇ ਰਹਿੰਦੇ ਤੇ ਅਸੀਂ ਜ਼ਰੂਰ ਆਪਣੇ ਘਰਾਂ ਵਿੱਚ ਜਾਵਾਂਗੇ, ਆਪਣੇ ਰੱਬ ਦਾ ਹੁਕਮ ਪੂਰਾ ਕਰਕੇ ਦੱਸ ਦਿੰਦੇ। ਪਰ ਹੁਣ ਤੇ ਉਹ ਗੱਲ ਹੀ ਨਹੀਂ ਰਹੀ। ਚੌਧਰੀ ਜੀ ਉਹ ਰੱਬ ਦਾ ਫਰਮਾਨ ਕੀ ਆਖਿਆ ਜੇ? ਕੋਈ ਅੱਲਾ ਨੇ ਘਰਾਂ ਦੇ ਮੁਤਲਕ ਵੀ ਕੁਝ ਕੁਰਾਨ ਵਿੱਚ ਲਿਖਿਆ। ਹਾਂ ਖਾਂ ਜੀ, ਇਹ ਭਈ ਆਪਦੇ ਘਰਾਂ ਨੂੰ ਫੇਰ ਲੈਣ ਵਾਸਤੇ ਜੰਗ ਕਰੋ। ਅੱਛਾ ਇਹ ਤੇ ਬੜਾ ਵੱਡਾ ਹੁਕਮ ਹੈ। ਹਾਂ ਜੀ ਹੁਕਮ ਤੇ ਬੜਾ ਵੱਡਾ ਹੈ, ਪਰ ਹੁਣ ਤੇ ਅਸਾਂ ਦੇ ਮਸਜਿਦਾਂ ਉੱਤੇ ਹੀ ਦਫਾ 144 ਲੱਗ ਜਾਂਦਾ ਹੈ ਤੇ ਅਸਾਂ ਦੇ ਨਬੀ ਦੇ ਨਾਮ ਦੀਆਂ ਤਕਰੀਰਾਂ ਉੱਤੇ ਵੀ ਪਾਬੰਦੀਆਂ ਲੱਗ ਗਈਆਂ ਨੇ ਤੇ ਅਸਾਂ ਤੇ ਇਹਨਾਂ ਬੁਜ਼ਦਰਾਂ ਦੀ ਹਕੂਮਤ ਵਿੱਚ ਰਹਿ ਕੇ ਕਦੋਂ ਆਪਦੇ ਆਬਾਈ ਘਰ ਵਾਪਸ ਲੈ ਹਨ ਤੇ ਅਸਾਂ ਮਾਜਰਾਂ ਨੂੰ ਪਾਕਿਸਤਾਨ ਦੀ ਮਿੱਟੀ ਵੀ ਵੱਢ ਦਈਏ।
ਜੇਕਰ ਕਿਸੇ ਅਦਾਲਤ ਵਿੱਚ ਜਾਈਏ ਤੇ ਅੱਗੇ ਹਾਕਮ ਸਾਹਿਬ ਬੈਠੇ ਹੁੰਦੇ ਨੇ ਤੇ ਹਾਕਮ ਸਾਹਿਬ ਨੇ ਖੱਬੇ ਹੱਥ ਰੀਡਰ ਸਾਹਿਬ ਬੈਠੇ ਹੁੰਦੇ ਨੇ ਤੇ ਸੱਜੇ ਹੱਥ ਸਾਹਿਲ ਜਿਸ ਵੇਲੇ ਅੰਦਰ ਦਾਖਲ ਹੁੰਦਾ ਹੈ ਉਸ ਵੇਲੇ ਨਾਇਬ ਕੋਟ ਸਾਹਿਬ ਫੰਦੇ ਬਣਾ ਕੇ ਖੜੇ ਹੋ ਜਾਂਦੇ ਨੇ। ਉਸ ਵਿਚਾਰੇ ਅੱਲਾ ਦੇ ਪਿਆਰੇ ਨੂੰ ਇਸ ਗੱਲ ਨਾਲ ਕੀ, ਭਾਵੇਂ ਸਾਹਿਲ ਸਵੇਰੇ ਰੋਟੀ ਖਾ ਕੇ ਜਾਵੇ ਭਾਵੇਂ ਨਾ ਖਾ ਕੇ ਜਾਏ, ਪਰ ਜੇਬ ਵਿੱਚ ਤੇ ਕੁਝ ਲੈ ਕੇ ਜਾਏ। ਜਿਸ ਵੇਲੇ ਨਾਇਬ ਕੋਟ ਸਾਹਿਬ ਹੋਰਾਂ ਕੋਲੋਂ ਜਾਨ ਛੁੱਟ ਜਾਂਦੀ ਹੈ ਤੇ ਉਸ ਤੋਂ ਪਿੱਛੇ ਰੀਡਰ ਸਾਹਿਬ 5 ਰੁਪਈਏ ਤਲਬ ਕਰ ਲੈਂਦੇ ਨੇ। ਗਰੀਬ ਜ਼ਿਮੀਂਦਾਰ ਇਹ ਗੱਲ ਸੋਚ ਲੈਂਦੇ ਹਾਂ ਕਿ ਸ਼ਾਇਦ ਭਈ ਸਾਹਿਬ ਬਹਾਦਰ ਦੇ ਸਿਰਫ ਅਸੀਂ 5 ਰੁਪਈਆ ਬਦਲੇ ਹੁੰਦੇ ਨੇ, ਅਸੀਂ 5 ਰੁਪਈਏ ਕੱਢ ਕੇ ਤੇ ਹੌਲੇ ਜਿਹੇ ਰੀਡਰ ਦੇ ਹੱਥ ਉੱਤੇ ਰੱਖ ਦਿੰਦੇ ਹਾਂ, ਬਸ ਫਿਰ ਅਸਾਂ ਦਾ ਕੰਮ ਹੋ ਜਾਂਦਾ। ਅਸੀਂ ਸ਼ੁਕਰ ਕਰਦੇ ਹਾਂ ਵੀ ਅੱਲਾ ਅਸਾਂ ਦੀ ਜਾਨ ਬਚੀ। ਜੇਕਰ ਅਸੀਂ ਉਹ ਰੁਪਈਏ ਨਾ ਦਿੰਦੇ ਤੇ ਫਿਰ ਤਾਰੀਖ ਪੈ ਜਾਂਦੀ ਹੈ ਵੀ ਕੱਲ੍ਹ ਆਉਣਾ। ਅਸੀਂ ਕੀ ਕਰੀਏ? ਹੁਣ ਤੁਸਾਂ ਨੂੰ ਹਾਂ ਜੀ ਪਤਾ ਹੈ ਕਿ ਅਸਾਂ ਨੂੰ ਇੱਕ ਤਾਂ ਜ਼ਮੀਨਾਂ ਨੰਬਰਾਂ ਉੱਤੇ ਪਈਆਂ ਮਿਲਦੀਆਂ ਨੇ, ਯੂਨਟਾਂ ਕੁਝ ਪਟਵਾਰੀ ਦੱਸਦੇ ਨੇ। ਅਸਾਂ ਵਿਚਾਰਿਆਂ ਨੂੰ ਯੂਨਟਾਂ ਦਾ ਕੀ ਪਤਾ ਲੱਗਦਾ? ਤੁਸਾਂ ਨੂੰ ਪਤਾ ਹੈ ਭਈ ਚੱਪੇ ਉੱਤੇ ਕੁਝ ਨਾ ਕੁਝ ਫਰਕ ਪੈਂਦਾ, ਪਰ ਇੱਥੋਂ ਕੋਈ ਬਾਤ ਹੀ ਨਹੀਂ। ਅਸਾਂ ਦੀ ਜ਼ਮੀਨਾਂ ਦੇ ਕੁਝ ਤੇ ਨੰਬਰ ਘਟਾਏ ਨੇ, ਕੁਝ ਜ਼ਮੀਨ ਅਸਾਂ ਦੀ ਇੱਕ ਪਹਿਲਾ ਆਦਮੀ ਹੈ ਅਸਾਂ ਦੇ ਰਿਸ਼ਤੇਦਾਰਾਂ ਵਿੱਚੋਂ, ਕੁਝ ਜ਼ਮੀਨ ਭੁਲੇਖੇ ਦੇ ਨਾਲ ਉਹਨਾਂ ਦੇ ਨਾਲ ਚਲੀ ਗਈ ਜੇ। ਉਸ ਦਾ ਦਾਅਵਾ ਕਰੇ ਉਹ ਜ਼ਮੀਨ ਅਸਾਂ ਹੱਕ ਸ਼ੁਫਾ ਕਰਕੇ ਲਈ ਸੀ, ਉਹ ਵੀ ਉਹਨਾਂ ਦੇ ਨਾਲ ਆ ਗਈ ਹੈ ਜਿਨ੍ਹਾਂ ਕੋਲੋਂ ਛੁਡਾਈ ਸੀ। ਪਰ ਕੀ ਕਰੀਏ, ਮੁੰਡਾ ਲਾਹੌਰ ਆ ਗਿਆ ਹੋਇਆ। ਅਸਾਂ ਦੇ ਅਜੇ ਕਲੇਮ ਉੱਤੇ ਨਹੀਂ ਸਨ ਤੇ ਅਸਾਂ ਦੀ ਜ਼ਮੀਨ ਇੱਕ ਹੋਰ ਮਹਾਜਰ ਨੂੰ ਅਲਾਟ ਹੋ ਗਈ ਜੇ। ਅਸੀਂ ਹੁਣ ਜ਼ੋਰ ਮਾਰਦੇ ਸਾਂ ਭਈ ਉਹ ਜ਼ਮੀਨ ਅਸਾਂ ਨੂੰ ਮਿਲੇ, ਪਰ ਅਸੀਂ ਕੀ ਕਰੀਏ? ਇੰਨਾ ਖਰਚਾ ਕਿੱਥੋਂ ਕਰੀਏ? ਇੱਕ ਗੱਲ ਹੋਰ ਹਾਂ ਜੀ, ਸਭ ਤੋਂ ਵੱਡੀ ਮੁਸੀਬਤ ਹੈ ਪਟਵਾਰੀ ਦੀ ਨਜ਼ਰ ਵੱਖਰੀ ਤੇ ਗਿਰਦਾਵਰ ਦੀ ਵੱਖਰੀ। ਤਹਿਸੀਲਦਾਰ ਹੋਰਾਂ ਦਾ ਨਜ਼ਰਾਨਾ ਵੱਖਰਾ, ਭਾਵੇਂ ਸਾਡਾ ਕਿੱਡਾ ਵੱਡਾ ਹੱਕ ਵੇ, ਪਰ ਨਜ਼ਰ ਤੇ ਨਜ਼ਰਾਨਾ ਤੇ ਦਿੱਤੇ ਬਾਅਦੋਂ ਸਾਨੂੰ ਸਾਡਾ ਹੱਕ ਨਹੀਂ ਮਿਲਦਾ। ਜੇ ਕਦੇ ਤੁਸਾਂ ਸਟੇਸ਼ਨ ਉੱਤੇ ਇਸ਼ਤਿਹਾਰ ਲੱਗੇ ਹੋਏ ਵੇਖੇ ਹੋਣਗੇ, ਇੱਕ ਆਦਮੀ ਪਛਾਣ ਨੂੰ ਹੱਥ ਕਰਕੇ ਖੜਾ ਹੈ, ਉੱਤੇ ਲਿਖਿਆ ਹੋਇਆ ਅਗਰ ਆਪ ਰਿਸ਼ਵਤ ਨਾ ਦੇं ਤਾਂ ਰਿਸ਼ਵਤ ਦੂਰ ਹੋ ਸਕਦੀ ਹੈ। ਇਹ ਚੀਜ਼ ਪੜ੍ਹ ਕੇ ਤੁਸਾਂ ਨੂੰ ਹਾਸਾ ਜ਼ਰੂਰ ਆ ਜਾਂਦਾ ਹੈ ਵੀ ਜਿਸ ਆਦਮੀ ਦਾ ਹਜ਼ਾਰਾਂ ਦਾ ਕੰਮ ਖਰਾਬ ਹੁੰਦਾ ਪਿਆ ਹੋਵੇ, ਉਹ ਤਾਂ ਮਜਬੂਰ ਹੈ ਜਾਂ ਰਿਸ਼ਵਤ ਦੂਰ ਕਰੇ ਜਾਂ ਆਪਣਾ ਮਾਲ ਬਰਬਾਦ ਕਰ ਲਵੇ। ਉਧਰ ਹੁਕੂਮਤ ਇਹ ਵੀ ਨੌਕਰਾਂ ਨੂੰ ਪੁੱਛਦੀ ਨਹੀਂ ਵੀ ਕੀ ਪੈ ਕਰਦੇ ਨੇ। ਅਜੇ ਚੌਧਰੀ ਸਾਹਿਬ ਗੱਲਾਂ ਕਰਨਾ ਪਿਆ ਸੀ ਤੇ ਖਾਂ ਹੋਰਾਂ ਦਾ ਛੋਟਾ ਮੁੰਡਾ ਇੱਕ ਅਖਬਾਰ ਲੈ ਕੇ ਆ ਗਿਆ। खां होरां ने कोने उतों पढ़िया, एक अफसोसनाक मौत। लाहौर में एक आदमी भूख और गर्मी की वजह से राह ये अदम इख्तियार कर गया। इसके बैग से कागज़ मिले जिनको पढ़कर मालूम हुआ है कि उसका नाम ज़ुबैर था और महाजर था और उसकी जेब से कोई रुपया पैसा ना निकला। और डॉक्टर ने बताया कि मकतूल मज़कूर 3 दिन से भूखा है और गर्मी की वजह से हरकत कल्ब फेल हो गई। खां साहब अजे अखबार पढ़ते जाते सन ते उधरों एक खत भी डाकिया दे गया। जिस वेले खत पढ़िया तो ज़ुबैर की मौत का पूरा यकीन हो गया। बस चौधरी होरां ने एक ठंडी हाँ भरी तो दिल उत्ते हथ रख लिया तो बेबस हो के डिग पे। खां साहब छेती दे नाल उठ के फड़न लगे, पर चौधरी होरां दी गर्दन एक पासे लुढ़क गई तो गहरी नींद सौ गए। इहो जिहा सुत्ते फिर ना उठन। खां साहब होरां ने इन्ना लिल्लाहि व इन्ना इलैहि राजिऊन पढ़ के ते चौधरी होरां नूं ठीक करके मंजी उत्ते पा दिता। जिस वेले ज़ुबैर की माँ नूं पता लगा तो वह तो अगे ही बेवक्त पई जींदी सी, धड़ाम करके डिगी तो डिगदी रब की बारगाह विच सवालन तो फरियादन बन के जा खड़ी हुई तो अल्लाह अगे फरियाद करती रही तो अल्लाह मियाँ सुनता रहा। लो सज्जनों, ये सी किस्त नंबर 80